ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ। ਦੁਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੈ ਕੀਨੇ ਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਸਹਿਬੇ ਕਮਾਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਚੱਲ ਰਹੀ ਹੈ, ਤਿਸ ਦੇ ਤਹਿਤ ਸੋਠ ਰਾਗ ਦੇ ਵਿੱਚ ਇਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਸਤ ਸੰਗਤ ਦੀ ਅਤੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਬਿਆਨ ਕਰਦੇ ਹਨ। ਸਤ ਸੰਗਤ ਵਿੱਚ ਆਉਣ ਦਾ ਅਤੇ ਨਾਮ ਜਪਣ ਦਾ ਕਿੱਡਾ ਵੱਡਾ ਭਾਰੀ ਮਹਾਤਮ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ। ਗੁਰੂ ਦੀ ਸੰਗਤ ਧਨ ਹੈ ਜਿੱਥੋਂ ਸਾਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਸਤ ਸੰਗਤ ਧਨੰਤਾ ਦੇ ਯੋਗ ਹੈ ਭਾਈ, ਜਿੱਥੋਂ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਉਹ ਨਾਮ ਜੋ ਗੁਰਮੁਖਾਂ ਨੂੰ ਮਿਲ ਕੇ ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਜਨ ਨਾਨਕ ਨਾਮ ਪ੍ਰਗਾਸ। ਸਤਿਗੁਰੂ ਜੀ ਦੇ ਇਹ ਵੀ ਬਚਨ ਹਨ ਕਿ ਜਿਨ੍ਹਾਂ ਨੇ ਭਾਈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਪਦਾਰਥਾਂ ਦਾ ਰਸ ਮਾਣਿਆ, ਪਰ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਮਾਣਿਆ, ਉਹਨਾਂ ਦੀ ਹਾਲਤ ਕੀ ਹੈ ਉਹ ਵੀ ਮਹਾਰਾਜ ਨੇ ਲਿਖਿਆ ਹੈ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਤ੍ਰਿਗ ਜੀਵੇ ਜਿੰਨਾ ਜੀਵਨ ਜੀ ਚੁੱਕੇ ਨੇ ਉਸ ਨੂੰ ਵੀ ਲਾਹਨਤਾਂ ਨੇ, ਅਤੇ ਜਿੰਨੀ ਹੋਰ ਜੀਵਾਸ ਜੀਵਨ ਦੀ ਆਸਾ ਰੱਖ ਕੇ ਬੈਠੇ ਨੇ, ਜਿੰਨਾ ਹੋਰ ਜੀਵਨ ਜੀਣਗੇ
ਜੇਕਰ ਉਹ ਬੰਦਗੀ ਤੋਂ ਵਿਹੂਣਾ ਹੈ, ਮਹਾਰਾਜ ਕਹਿੰਦੇ ਉਹਨੂੰ ਵੀ ਲਾਹਨਤਾਂ ਫਟਕਾਰਾਂ ਨੇ। ਵਾ ਐਸੇ ਜੀਵਨ ਦੀ ਆਸਾ ਕਰਨੀ ਜਿਹਦੇ ਵਿੱਚ ਨਾਮ ਨਹੀਂ ਹੈ, ਉਸ ਜੀਵਨ ਨੂੰ ਵੀ ਫਟਕਾਰ ਹੈ। ਸੋ ਆਓ, ਐਸਾ ਵਡਭਾਗਾ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਦੀ ਸੰਗਤ ਅਤੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨਾਲ ਜੁੜਨ ਦਾ। ਬਾਣੀ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਦਾ ਸਰੂਪ ਹੈ। ਸੋ ਆਓ, ਐਸੀ ਰਹਿਮਤ ਪ੍ਰਾਪਤ ਹੋ ਰਹੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ, ਦੁਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਇੱਥੇ ਹੁਣ ਜਿੰਨੇ ਸ਼ਬਦ ਆਉਣੇ ਹਨ ਉਹ ਤੀਜੇ ਘਰ ਵਿੱਚ ਰਾਗ ਤਾਲ ਦੇ ਅਨੁਸਾਰ ਗਾਣ ਦਾ ਹੁਕਮ ਕਰ ਰਹੇ ਨੇ। ਦੁਪਦੇ ਸ਼ਬਦ ਜਿਹੜਾ ਹੈ ਉਹਦਾ ਭਾਵ ਹੈ ਦੋ ਪਦਿਆਂ ਵਾਲੇ ਸ਼ਬਦ। ਭਾਵ ਸ਼ਬਦ ਛੋਟੇ ਰੂਪ ਦੇ ਵਿੱਚ ਹੋਣਗੇ, ਦੋ ਦੋ ਪੌੜੀਆਂ ਵਾਲੇ ਸ਼ਬਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਸਰਵ ਕਲਾ ਸਮਰੱਥ ਹੈ। ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਰਾਮਦਾਸ ਸਰੋਵਰ ਨਹਾਤੇ। ਰਾਮਦਾਸ ਸਰੋਵਰ ਰਾਮ ਦੇ ਦਾਸਾਂ ਦਾ ਸਰੋਵਰ। ਸੰਤ ਨਾਮ ਜਪਣ ਵਾਲੇ ਗੁਰਮੁਖ ਗੁਰੂ ਦੀ ਸੰਗਤ, ਇਹ ਰਾਮਦਾਸ ਸਰੋਵਰ ਹੈ। ਵਾਹ ਰਾਮਦਾਸ ਸਰੋਵਰ ਜੋ ਅੰਮ੍ਰਿਤਸਰ ਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਪੁੱਛਦੇ ਨੇ, ਮਹਾਰਾਜ ਇਸ ਮਹਾਨ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਕੀ ਫਲ ਹੈ? ਪਾਤਸ਼ਾਹ ਕਹਿੰਦੇ ਜਿਹੜਾ ਕੋਈ ਭਾਵਨਾ ਨਾਲ, ਸ਼ਰਧਾ ਨਾਲ, ਅਕੀਦਤ ਨਾਲ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਪਾਪ ਸਾਰੇ ਲੈ ਜਾਣਗੇ। ਬੇਅੰਤ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਵੀ ਉੱਥੇ ਬਖਸ਼ਿਸ਼ਾਂ ਹੁੰਦੀਆਂ ਨੇ। ਜਦੋਂ ਕੋਈ ਸੱਚੇ ਮਨ ਨਾਲ ਆ ਗਿਆ, ਜਿਹੜੇ ਪਾਪਾਂ ਕਰਕੇ ਉਹਨੂੰ ਕੋਈ ਰੋਗ ਲੱਗਾ ਸੀ, ਕੋਈ ਕਲੇਸ਼ ਚਿੰਬੜਿਆ ਹੋਇਆ ਸੀ, ਜਦੋਂ ਇਸ਼ਨਾਨ ਕੀਤਾ ਤਾਂ ਉਹ ਰੋਗ ਜਾਂਦਾ ਰਿਹਾ। ਰੋਗ ਲੱਗਣ ਦਾ ਕਾਰਨ ਸਾਡੇ ਪਾਪ ਕਰਮ ਹੁੰਦੇ ਨੇ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਰਾਮ ਸਰੋਵਰ ਗੁਰੂ ਦੀ ਸੰਗਤ, ਜੋ ਵੀ ਇੱਥੇ ਇਸ਼ਨਾਨ ਕਰਦਾ ਭਾਵ ਸੰਗਤ ਵਿੱਚ ਜੁੜ ਕੇ ਬੈਠਦਾ ਹੈ, ਸਤ ਸੰਗਤ ਦੇ ਵਿੱਚ ਕੀਤੀ ਹੋਈ ਨਾਮ ਬਾਣੀ ਦੀ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਨਾਤੇ ਦਾ ਅਰਥ ਹੈ ਉਹਦਾ ਮਨ ਇਸ਼ਨਾਨ ਕਰ ਲੈਂਦਾ, ਮਨ ਜੁੜ ਜਾਂਦਾ ਹੈ। ਸਭ ਉਤਰੇ ਪਾਪ ਕਮਾਤੇ, ਉਹਦੇ ਸਾਰੇ ਕਮਾਏ ਹੋਏ ਪਾਪ ਲੈ ਜਾਂਦੇ ਨੇ। ਨਾਮ ਦੀ ਏਡੀ ਵੱਡੀ ਭਾਰੀ ਮਹਿਮਾ ਹੈ। ਸੈਸਕ੍ਰਿਤੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਘੋਰ ਦੁੱਖ, ਉਹ ਦੁੱਖ ਜਿਹਦਾ ਰਾਹ ਨਾ ਲੱਭ ਰਿਹਾ ਹੋਵੇ ਉਹਨੂੰ ਕਹਿੰਦੇ ਘੋਰ ਦੁੱਖ। ਜਦੋਂ ਘੋਰ ਹਨੇਰਾ ਹੋਵੇ ਨਾ, ਉਹਦੇ ਵਿੱਚ ਕੁਝ ਰਾਹ ਨਹੀਂ ਦਿਖਾਈ ਦਿੰਦਾ। ਹਨੇਰਾ ਵੀ ਦੋ ਤਰ੍ਹਾਂ ਦਾ ਹੈ। ਆਪਾਂ ਦੇਖੀਏ, ਕੁਝ ਥੋੜ੍ਹਾ ਜਿਹਾ ਹਨੇਰਾ ਹੁੰਦਾ, ਉਹਦੇ ਵਿੱਚ ਪਤਾ ਲੱਗਾ ਜਾਂਦਾ, ਜਿਵੇਂ ਸ਼ਾਮ ਪੈ ਰਹੀ ਹੋਵੇ, ਕੁਝ ਹਨੇਰਾ ਹੋਵੇ ਨਾ ਤਾਂ ਉਹਦੇ ਵਿੱਚ ਰਸਤੇ ਦਾ ਪਤਾ ਲੱਗੀ ਜਾਂਦਾ। ਪਰ ਘੋਰ ਹਨੇਰਾ ਹੋਵੇ, ਉਹਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਵੀ ਸਾਹਮਣੇ ਕੀ ਹੈ।
ਘੋਰ ਦੁਖਿੰ, ਐਸਾ ਦੁੱਖ ਚਿੰਬੜੇ ਹੋਣ ਬੰਦੇ ਨੂੰ ਜਿਨ੍ਹਾਂ ਦਾ ਕੋਈ ਰਾਹ ਨਾ ਲੱਭ ਰਿਹਾ ਹੋਵੇ ਵੀ ਇਸ ਦੁੱਖ ਤੋਂ ਬਚਾਂ ਕਿਵੇਂ। ਘੋਰ ਦੁਖਿਅੰ ਅਨਕ ਹਤਿਅੰ, ਅਨਕ ਤਰ੍ਹਾਂ ਦੀ ਹੱਤਿਆ ਕੀਤੀ ਹੋਵੇ। ਹੱਤਿਆ ਮੈਨੇ ਪਾਪ, ਜਿਵੇਂ ਕਿਸੇ ਦਾ ਗਲਾ ਵੱਢ ਦੇਣਾ ਹੱਤਿਆ ਹੈ। ਅਸੰਖ ਗਲ ਵੱਢ ਹੱਤਿਆ ਕਮਾਏ। ਗਲਾ ਵੱਢਣਾ ਵੀ ਕਈ ਤਰ੍ਹਾਂ ਦਾ, ਇੱਕ ਤਾਂ ਤਲਵਾਰ ਨਾਲ, ਛੁਰੀ ਨਾਲ, ਇੱਕ ਕਿਸੇ ਦਾ ਹੱਕ ਰਿਸ਼ਵਤ ਲੈਣੀ ਕੰਮ ਕਰਨ ਲੱਗਿਆਂ ਸਰਕਾਰੀ ਦਰਬਾਰੇ ਇਹ ਕੰਮ ਆਮ ਚੱਲਦਾ ਹੈ। ਲੋਕਾਂ ਦੇ ਗਲੇ ਵੱਢੀ ਜਾਣੇ ਵੀ ਇੰਨੇ ਪੈਸੇ ਦਿਓਗੇ ਤਾਂ ਕੰਮ ਕਰਾਂਗੇ। ਹਿੰਸਾ ਕਰਨੀ ਇਹ ਹੱਤਿਆ ਦੇ ਰੂਪ ਵਿੱਚ ਆ ਜਾਂਦੀ ਹੈ। ਅੱਖਾਂ ਨਾਲ ਮਾੜਾ ਵੇਖਣਾ ਹੱਤਿਆ, ਹੱਥਾਂ ਨਾਲ ਮਾੜਾ ਕਰਨਾ ਇਹ ਵੀ ਹੱਤਿਆ ਹੈ। ਪੈਰਾਂ ਨਾਲ ਮਾੜੇ ਪਾਸੇ ਜਾਣਾ ਇਤਿਆਦਿਕ। ਮਹਾਰਾਜ ਕਹਿੰਦੇ ਇੱਦਾਂ ਦੇ ਵੀ ਬੜੇ ਪਾਪ ਹੋਏ ਹੋਣ ਜੀਵ ਦੇ ਕੋਲੋਂ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ, ਜਨਮ ਅੱਤ ਦੀ ਦਰਿਦਰੀ ਨਾਲ ਭਰਿਆ ਹੋਵੇ। ਇੰਨੀ ਗਰੀਬੀ ਹੋਵੇ ਵੀ ਉਹਦਾ ਕੋਈ ਰਾਹ ਨਾ ਲੱਭ ਰਿਹਾ ਹੋਵੇ ਵੀ ਇਹ ਗਰੀਬੀ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ। ਮਹਾਰਾਜ ਕਹਿੰਦੇ ਜਨਮ ਦਰਿਦਰੰ ਮਾਂ ਵਿਖਿਆਦੰ, ਬੜੇ ਬਖੇੜੇ ਜੀਵਨ ਦੇ ਵਿੱਚ, ਵੱਡੇ ਵੱਡੇ ਮਹਾਦਾਰਥੇ ਵੱਡੇ ਵੱਡੇ ਬਖੇੜੇ ਹੋਣ ਜੀਵਨ ਵਿੱਚ, ਅਸਾਧ ਪਏ ਹੋਣ। ਮਿਟੰਤ ਸਗਲ ਸਿਮਰੰਤ ਹਰ ਨਾਮ, ਸਾਰੇ ਮਿਟ ਜਾਣਗੇ। ਵਾਹਿਗੁਰੂ ਦਾ ਨਾਮ ਸਿਮਰਨ ਦੇ ਨਾਲ ਸਾਰੇ ਮਿਟ ਜਾਣਗੇ। ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਮਹਾਰਾਜ ਕਿਵੇਂ ਮਿਟ ਸਕਦੇ ਨੇ? ਪਾਤਸ਼ਾਹ ਕਹਿੰਦੇ ਜਿਵੇਂ ਕਰੋੜਾਂ ਮਣ ਲੱਕੜ ਇਕੱਠੀ ਕੀਤੀ ਹੋਵੇ। ਕਰੋੜਾਂ ਮਣ ਲੱਕੜ ਨੂੰ ਸਾੜਨ ਵਾਸਤੇ ਕਰੋੜਾਂ ਮਣ ਅੱਗ ਨਹੀਂ ਚਾਹੀਦੀ। ਅੱਗ ਤੇ ਇੱਕ ਚੰਗਿਆੜੀ ਬੜੀ ਹੈ, ਬਸ ਲੱਗ ਜਾਵੇ ਸੀ ਲੱਕੜਾਂ ਨੂੰ। ਇੱਕ ਚੰਗਿਆੜੀ ਹੀ ਕਰੋੜਾਂ ਮਨ ਅਰਬਾਂ ਮਨ ਲੱਕੜ ਨੂੰ ਸਾੜਨ ਵਿੱਚ ਸੁਆਹ ਹੈ, ਕਰ ਦਿੰਦੀ, ਸਮਰੱਥ ਹੈ। ਆਪਾਂ ਰੋਜ਼ ਰੋਜ਼ ਨਾਮ ਜਪਣਾ ਹੈ, ਕਿਤੇ ਨਾਮ ਦੀ ਚੰਗਿਆੜੀ ਅੰਦਰ ਪ੍ਰਗਟ ਹੋ ਜਾਵੇ। ਇਹ ਆਪਾਂ ਕਈ ਵਾਰ ਅੱਗ ਬਾਲੀ ਹੈ ਨਾ ਡੱਬੀ ਨਾਲ, ਮਾਚਿਸ ਨਾਲ, ਤੇ ਵੇਖਦੇ ਹਾਂ ਅੱਗ ਪਕੜਦੀ ਨਹੀਂ ਲੱਕੜ, ਅੱਗ ਪਕੜਦੀ ਨਹੀਂ ਨਾ। ਕਈ ਵਾਰ ਯਤਨ ਕਰਨਾ ਪੈਂਦਾ, ਕਈ ਵਾਰ ਹਵਾ ਪੈ ਜਾਂਦੀ ਹੈ, ਕਈ ਵਾਰ ਲੱਕੜ ਗਿੱਲੀ ਹੁੰਦੀ ਹੈ, ਪਰ ਆਖਰ ਜੇ ਮਿਹਨਤ ਬੰਦਾ ਕਰੇ ਤੇ ਉਹ ਕਾਮਯਾਬ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖੋ ਜਦੋਂ ਆਪਾਂ ਰੋਜ਼ ਰੋਜ਼ ਨਾਮ ਦਾ ਅਭਿਆਸ ਕਰਾਂਗੇ, ਇੱਕ ਦਿਨ ਨਾਮ ਦੀ ਚੰਗਿਆੜੀ ਸਾਡੇ ਅੰਦਰ ਪ੍ਰਗਟ ਹੋ ਜਾਵੇਗੀ। ਬਾਹਰ ਜਿਸ ਦਿਨ ਪ੍ਰਗਟ ਹੋਗੀ, ਵੇਖੋ ਕਰੋੜਾਂ ਮਨ ਲੱਕੜ ਇਕੱਠੀ ਕਰਨੀ ਹੈ, ਉਹਨੂੰ ਕਿੰਨਾ ਸਮਾਂ ਲੱਗ ਜਾਏਗਾ। ਇੱਕ ਦਿਨ ਵਿੱਚ ਇਕੱਠੀ ਨਹੀਂ ਹੋਵੇਗੀ। ਕਰੋੜਾਂ ਮਨ ਲੱਕੜ ਇਕੱਠੀ ਕਰਨੀ ਹੈ, ਇੱਕ ਦਿਨ ਵਿੱਚ ਥੋੜ੍ਹਾ ਇਕੱਠੀ ਹੋਵੇਗੀ, ਕਈ ਮਹੀਨੇ ਲੱਗ ਜਾਣਗੇ। ਪਰ ਉਹਨੂੰ ਸਾੜਨ ਵਾਸਤੇ ਇੰਨੇ ਮਹੀਨੇ ਨਹੀਂ ਲੱਗਣਗੇ। ਸਾੜਨ ਵਾਸਤੇ ਤੇ ਅੱਗ ਲੱਗ ਗਈ ਤੇ ਸਮਝ ਲਓ ਕੁਝ ਘੰਟੇ ਮਿੰਟਾਂ ਦਾ ਕੰਮ ਹੈ। ਅੱਗ ਚੜ੍ਹ ਗਈ, ਇੱਕ ਵਾਰੀ ਉਹਨੇ ਸਾੜ ਕੇ ਸੁਆਹ ਕਰ ਦੇਣੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਭਾਰੀ ਮਹਾਤਮ ਹੈ। ਇੱਕ ਵਾਰੀ ਨਾਮ ਦੀ ਚੰਗਿਆੜੀ ਅੰਦਰ ਪ੍ਰਗਟ ਹੋ ਗਈ, ਜਨਮਾਂ ਜਨਮਾਂ ਦੇ ਦੁੱਖ ਦਲਿੱਦਰ ਕਲੇਸ਼ ਉਹਨਾਂ ਨੂੰ ਸਾੜ ਕੇ, ਪਾਪਾਂ ਨੂੰ ਸਾੜ ਕੇ ਨਿਵਰਤ ਕਰ ਦੇਵੇਗੀ। ਨਿਰਮਲ ਹੋਏ ਕਰ ਇਸਨਾਨਾ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਵਿੱਚ ਜਦੋਂ ਮਨ ਨੇ ਇਸ਼ਨਾਨ ਕੀਤਾ, ਨਿਰਮਲ ਹੋ ਗਿਆ। ਇਹਨੂੰ ਜਿਹੜੇ ਪਾਪ ਲੱਗੇ ਸਨ, ਅੱਗੇ ਵੀ ਇੱਕ ਵਾਰ ਬੇਨਤੀ ਕੀਤੀ ਸੀ, ਸਰੀਰ ਦਾ ਇਸ਼ਨਾਨ ਪਾਣੀ ਨਾਲ ਹੈ, ਮਨ ਦਾ ਇਸ਼ਨਾਨ ਬਾਣੀ ਨਾਲ ਹੈ। ਸਰੀਰ ਨੂੰ ਇਸ਼ਨਾਨ ਨਾ ਕਰਾਈਏ ਰੋਜ਼ ਰੋਜ਼, ਇਹਨੂੰ ਮੈਲ, ਉਸ ਮੈਲ ਤੋਂ ਹੀ ਇਹਨੂੰ ਦੁੱਖ ਲੱਗਣ ਲੱਗ ਜਾਣਗੇ। ਇਸ਼ਨਾਨ ਹਰ ਰੋਜ਼ ਲਾਜ਼ਮੀ ਹੈ। ਇਹ ਸਾਡੇ ਸਰੀਰ ਦੀ ਮੈਲ ਹੀ ਦੂਰ ਨਹੀਂ ਕਰਦਾ, ਬਲਕਿ ਸਾਡੇ ਸਰੀਰ ਨੂੰ ਚੇਤਨ ਵੀ ਕਰਦਾ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਤੁਸੀਂ ਵੇਖੋ ਇਸ਼ਨਾਨ ਕਰਨ ਨਾਲ ਆਪਣੀ ਮੈਲ ਤਾਂ ਲੈਂਦੀ ਹੈ, ਪਰ ਸਾਡਾ ਸਰੀਰ ਕਿੰਨਾ ਵੀ ਥੱਕਿਆ ਹੋਵੇ ਨਾ, ਇਸ਼ਨਾਨ ਕਰਨ ਨਾਲ ਸਰੀਰ ਕੀ ਹੋ ਜਾਂਦਾ? ਹਰਿਆ ਹੋ ਜਾਂਦਾ ਹੈ, ਭਾਵ ਤੰਦਰੁਸਤ ਜਿਹਾ ਹੋ ਜਾਂਦਾ ਹੈ, ਚੇਤਨ ਹੋ ਜਾਂਦਾ ਹੈ। ਮੁੜ ਕੇ
ਤਰੋ ਤਾਜ਼ਾ ਹੋ ਜਾਂਦਾ ਹੈ। ਇਸ਼ਨਾਨ ਪਾਣੀ ਵਿੱਚ ਕਿੰਨੀ ਵੱਡੀ ਤਾਕਤ ਹੈ। ਮੈਲ ਤਾਂ ਉਤਾਰੀ ਥੱਕੇ ਹੋਏ ਬੰਦੇ ਨੇ ਇਸ਼ਨਾਨ ਕਰ ਲਿਆ, ਮੁੜ ਕੇ ਤਰੋ ਤਾਜ਼ਾ ਹੋ ਗਿਆ। ਕਿੰਨੀ ਵੱਡੀ ਸ਼ਕਤੀ ਪਾਣੀ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਮਨ ਸਾਡਾ ਪਾਪਾਂ ਨਾਲ ਰੋਜ਼, ਕਿਉਂਕਿ ਸਾਡੇ ਮਨ ਨੂੰ ਰੋਜ਼ ਪਾਪਾਂ ਦੀ ਮੈਲ ਲੱਗਦੀ ਹੈ। ਅੱਖਾਂ ਨਾਲ ਵੇਖਦੇ ਮਾੜਾ, ਕੰਨਾਂ ਨਾਲ ਮਾੜਾ ਸੁਣਦੇ ਹਾਂ, ਰਸਨਾ ਨਾਲ ਮਾੜਾ ਬੋਲਦੇ ਹਾਂ। ਇਹ ਮੈਲ ਸਾਰੀ ਮਨ 'ਤੇ ਪੈਂਦੀ ਹੈ ਅਤੇ ਮਨ ਬੋਝਲ ਹੋ ਜਾਂਦਾ ਹੈ। ਪਰ ਜਦੋਂ ਆਪਾਂ ਇਸ਼ਨਾਨ ਮਨ ਬਾਣੀ ਨਾਲ ਜੁੜਿਆ, ਨਾਮ ਬਾਣੀ ਦਾ ਅਭਿਆਸ ਕੀਤਾ, ਇਹ ਮਨ ਮੈਲ ਲੈ ਜਾਂਦੀ ਹੈ। ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੈ ਕੀਨੇ ਦਾਨਾ। ਪੂਰੇ ਗੁਰੂ ਨੇ ਨਾਮ ਦਾ ਦਾਨ ਦਿੱਤਾ ਹੈ, ਬਾਣੀ ਦਾ ਦਾਨ ਦਿੱਤਾ ਹੈ, ਜਿਸ ਵਿੱਚ ਜੁੜ ਕੇ ਮਨ ਨਿਰਮਲ ਹੋ ਜਾਂਦਾ ਹੈ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਵਾਰੇ। ਗੁਰ ਕਾ ਸ਼ਬਦ ਵਿਚਾਰੇ। ਮਹਾਰਾਜ ਕਹਿੰਦੇ ਜਦੋਂ ਮਨ ਨਿਰਮਲ ਹੋ ਗਿਆ, ਸਭ ਤਰ੍ਹਾਂ ਕਰਕੇ ਕੁਸਲ ਖੇਮ ਸੁਖ ਆਨੰਦ ਹੋ ਗਿਆ। ਵਾਹਿਗੁਰੂ ਨੇ ਅੰਦਰ ਹਿਰਦੇ ਵਿੱਚ ਸਾਰੀਆਂ ਬਰਕਤਾਂ ਪਾ ਦਿੱਤੀਆਂ। ਸਹੀ ਸਲਾਮਤ ਸਭ ਥੋਕ ਉਵਾਰੇ। ਗੁਰ ਕਾ ਸ਼ਬਦ ਵਿਚਾਰੇ। ਗੁਰੂ ਦੇ ਸ਼ਬਦ ਦੀ ਵਿਚਾਰ, ਬਾਣੀ ਦੀ, ਨਾਮ ਦੀ ਵਿਚਾਰ ਐਸੀ ਹੈ, ਮਨੁੱਖ ਸਾਰੇ ਪਾਸੇ ਤੋਂ ਸਹੀ ਸਲਾਮਤ ਬਚ ਜਾਂਦਾ ਹੈ। ਕਹਿੰਦੇ ਵੀ ਸਹੀ ਸਲਾਮਤ ਬਚ ਕੇ ਆ ਗਿਆ ਹੈ ਉੱਥੋਂ। ਇਹ ਵਿਕਾਰਾਂ ਵਿੱਚੋਂ ਸਾਰੇ ਪਾਸੇ ਤੋਂ ਗੁਰੂ ਪਾਤਸ਼ਾਹ ਸਾਡੀ ਰੱਖਿਆ ਕਰਦਾ ਹੈ। ਸਾਰੇ ਪਦਾਰਥ ਮਿਲ ਜਾਂਦੇ ਨੇ, ਸਭ ਤਰ੍ਹਾਂ ਕਰਕੇ ਭਲਾ ਹੋ ਜਾਂਦਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਸਾਧ ਸੰਗ ਮਲ ਲਾਤੀ। ਗੁਰੂ ਦੀ ਸੰਗਤ ਵਿੱਚ ਜਿਹੜੀ ਮਨ ਨੂੰ ਮੈਲ ਲੱਗੀ ਸੀ ਉਹ ਲੈ ਗਈ, ਪਾਰ ਬ੍ਰਹਮ ਭਇਓ ਸਾਥੀ। ਜਦੋਂ ਸਾਡਾ ਮਨ ਨਿਰਮਲ ਹੋ ਗਿਆ, ਵਾਹਿਗੁਰੂ ਸਾਡਾ ਸਾਥੀ ਬਣ ਜਾਂਦਾ ਹੈ, ਮਿੱਤਰ ਬਣ ਜਾਂਦਾ ਹੈ। ਵੇਖੋ, ਇੱਕ ਸ਼ਰਾਬੀ ਕਿੱਥੇ ਮਿੱਤਰਤਾ ਪਾਉਂਦਾ ਹੈ? ਸ਼ਰਾਬ ਪੀਣ ਵਾਲਿਆਂ ਨਾਲ ਪਾਉਂਦਾ ਹੈ। ਇੱਕ ਜੁਆਰੀ ਕਿੱਥੇ ਮਿੱਤਰਤਾ ਪਾਉਂਦਾ? ਜੂਆ ਖੇਡਣ ਵਾਲਿਆਂ ਨਾਲ ਮਿੱਤਰਤਾ ਪਾਉਂਦਾ ਹੈ। ਇਸੇ ਤਰ੍ਹਾਂ ਹਰ ਇੱਕ ਬੰਦਾ ਜਿਸ ਤਰ੍ਹਾਂ ਦਾ ਉਹਦਾ ਜੀਵਨ ਹੈ, ਉੱਥੇ ਉਹ ਆਪਣੀ ਮਿੱਤਰਤਾ ਬਣਾਉਂਦਾ ਹੈ। ਵਾਹਿਗੁਰੂ ਨਿਰੰਕਾਰ ਵੀ ਉੱਥੇ ਮਿੱਤਰਤਾ ਪਾਉਂਦਾ ਜਿੱਥੇ ਨਿਰਮਲ ਹੋਵੇ, ਕਿਉਂਕਿ ਵਾਹਿਗੁਰੂ ਆਪ ਨਿਰਮਲ ਹੈ, ਵਾਹਿਗੁਰੂ ਆਪ ਪਾਵਨ ਹੈ। ਉਹ ਉੱਥੇ ਆਉਂਦਾ ਹੈ ਜਿੱਥੇ ਪਾਵਨਤਾ ਹੀ ਹੋਵੇ, ਸ਼ੁੱਧਤਾ ਹੋਵੇ, ਨਿਰਮਲਤਾ ਹੀ ਹੋਵੇ। ਜਿੱਥੇ ਨਿਰਮਲਤਾ ਹੀ ਨਹੀਂ ਹੈ, ਉੱਥੇ ਮਨੁੱਖ ਕਿੰਨੇ ਵੀ ਧਰਮ ਦੇ ਕਰਮ ਕਹੀ ਜਾਵੇ। ਕੋਈ ਗਾਵੇ ਰਾਗੀ ਨਾਦੀ ਬੇਦੀ ਵੋ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਵਾਹਿਗੁਰੂ ਪਰਮਾਤਮਾ ਦਾ ਨਾਮ ਐਸਾ ਹੈ, ਮਹਾਰਾਜ ਕਹਿੰਦੇ ਉੱਥੇ ਟਿਕਦਾ ਹੈ ਜਿੱਥੇ ਨਿਰਮਲਤਾ ਹੀ ਹੋਵੇ। ਨਹੀਂ ਤੇ ਕੋਈ ਕਿੰਨਾ ਵਧੀਆ ਰਾਗ ਵਿਦਿਆ ਨੂੰ ਜਾਣਦਾ ਹੋਵੇ, ਕਿੰਨਾ ਵੱਡਾ ਵਿਦਵਾਨ ਹੋਵੇ, ਕਥਾਵਾਚਕ ਹੋਵੇ, ਪਾਠ ਕਰਦਾ ਹੋਵੇ, ਸ਼ਬਦ ਦਾ ਅਭਿਆਸ ਕਰਨ ਵਾਲਾ ਹੋਵੇ, ਪਰ ਜੇ ਅੰਦਰੋਂ ਕਪਟ ਨਹੀਂ ਛੱਡਦਾ, ਉਹ ਵਾਹਿਗੁਰੂ ਨਹੀਂ ਭਿੱਜਦਾ, ਉਹ ਉੱਥੇ ਨਹੀਂ ਆਉਂਦਾ। ਗਰੀਬ ਨਵਾਜ਼ ਫਰਮਾਨ ਕਰ ਰਹੇ ਹਨ, ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ, ਗੁਰੂ ਦੀ ਮੱਤ ਲੈ ਕੇ, ਉਹਨਾਂ ਨੇ ਆਦਿ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਪਾ ਲਿਆ ਹੈ। ਸੋਠ ਮਹੱਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਫਰਮਾਨ ਕਰ ਰਹੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦੀਏ ਵਸਾਇਆ। ਜਿਸ ਹਿਰਦੇ ਘਰ ਵਿੱਚ ਵਾਹਿਗੁਰੂ ਚੇਤੇ ਆ ਗਿਆ, ਪਰਮਾਤਮਾ ਨੇ ਉਹ ਹਿਰਦਾ ਘਰ ਵਸਾ ਦਿੱਤਾ। ਭਾਵ ਉਸ ਹਿਰਦੇ ਘਰ ਵਿੱਚ ਦੈਵੀ ਗੁਣ ਆ ਗਏ, ਦੈਵੀ ਬਰਕਤਾਂ ਆ ਗਈਆਂ, ਬਖਸ਼ਿਸ਼ਾਂ ਆ ਗਈਆਂ। ਹਿਰਦਾ ਹਰ ਸਮੇਂ ਆਨੰਦ ਨਾਲ ਭਰ ਗਿਆ, ਉਹ ਹਿਰਦਾ ਵਸ ਗਿਆ। ਅੱਜ ਮਨੁੱਖ, ਜਿਸ ਮਨੁੱਖ ਦੇ ਕੋਲ ਪੈਸਾ ਹੈ, ਧਨ ਹੈ,
ਉਹ ਉਸ ਜਗ੍ਹਾ 'ਤੇ ਜਾ ਕੇ ਰਹਿਣਾ ਚਾਹੁੰਦਾ ਜਿੱਥੇ ਵਧੀਆ ਸਾਫ ਸੁਥਰੀ ਕਲੋਨੀ ਹੋਵੇ, ਸ਼ਹਿਰ ਹੋਵੇ। ਉਹ ਉੱਥੇ ਜਾ ਕੇ ਫਲੈਟ ਖਰੀਦਦਾ ਹੈ, ਉੱਥੇ ਜਾ ਕੇ ਰਹਿੰਦਾ ਜਿੱਥੇ ਸਾਰੀਆਂ ਸਹੂਲਤਾਂ ਵਧੀਆ ਸਭ ਕੁਝ ਹੋਵੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਹਿਰਦਾ ਸ਼ੁੱਧ ਹੈ ਉੱਥੇ ਵਾਹਿਗੁਰੂ ਦੇ ਦੈਵੀ ਗੁਣਾਂ ਦਾ ਵਾਸਾ ਹੋ ਜਾਂਦਾ ਹੈ। ਵਧੀਆ ਕਲੋਨੀਆਂ ਦੇ ਵਿੱਚ ਪੜ੍ਹੇ ਲਿਖੇ ਬੜੇ ਸੂਝਵਾਨ ਡਾਕਟਰ, ਵਕੀਲ, ਬੜੇ ਬੜੇ ਇਲਮ ਵਾਲੇ ਬੰਦੇ ਰਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਹਿਰਦਾ ਸ਼ੁੱਧ ਹੋ ਗਿਆ ਉੱਥੇ ਦੈਵੀ ਗੁਣਾਂ ਦਾ ਵਾਸਾ ਹੋ ਜਾਂਦਾ ਹੈ, ਉੱਥੇ ਆਨੰਦ ਪ੍ਰਗਟ ਹੋ ਜਾਂਦਾ ਹੈ। ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਸੁਖਾਂ ਦੇ ਸਾਗਰ ਨੂੰ, ਵਾਹਿਗੁਰੂ ਨੂੰ ਗੁਰੂ ਦੁਆਰਾ ਪਾ ਲਿਆ ਹੈ। ਸੁਖਾਂ ਦਾ ਸਾਗਰ ਵਾਹਿਗੁਰੂ, ਉਹਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਗੁਰੂ। ਗੁਰੂ ਦੁਆਰਾ ਪਾ ਲਿਆ ਤਾਂ ਸਹਿਸਾ ਸਗਲ ਮਿਟਾਇਆ। ਸਾਰਾ ਸਹਿਸਾ ਸਹਿਮ ਫਿਕਰ ਜਿਹੜਾ ਸੀ ਉਹ ਮੁੱਕ ਗਿਆ। ਜਦੋਂ ਘਰ ਦੇ ਵਿੱਚ ਬਹੁਤ ਧਨ ਹੋਵੇ ਨਾ ਤੇ ਮਨੁੱਖ ਨੂੰ ਫਿਕਰ ਨਹੀਂ ਹੁੰਦਾ, ਪਰ ਜਦੋਂ ਗਰੀਬੀ ਹੋਵੇ ਉਦੋਂ ਕਈ ਤਰ੍ਹਾਂ ਦੇ ਫਿਕਰ ਲੱਗੇ ਰਹਿੰਦੇ ਨੇ। ਕੋਈ ਵਿਆਹ ਸ਼ਾਦੀ ਆ ਜਾਏ ਤਾਂ ਫਿਕਰ ਲੱਗ ਜਾਂਦਾ, ਵਿਆਹ 'ਤੇ ਜਾਵਾਂਗੇ ਕਿਵੇਂ, ਨਵਿੰਦਰਾ ਕਿੱਥੋਂ ਪਾਵਾਂਗੇ, ਉੱਥੇ ਕੱਪੜੇ ਕਿਵੇਂ ਪਾ ਕੇ ਜਾਵਾਂਗੇ, ਕੱਪੜੇ ਕਿੱਥੋਂ ਖਰੀਦਾਂਗੇ, ਪੈਸਾ ਤੇ ਕੋਲ ਹੈ ਨਹੀਂ। ਜੇ ਪੈਸਾ ਘਰ ਵਿੱਚ ਹੈ ਫਿਰ ਕੋਈ ਫਿਕਰ ਨਹੀਂ ਹੁੰਦਾ, ਕਹਿੰਦੇ ਕੋਈ ਗੱਲ ਨਹੀਂ ਵਧੀਆ ਤਰ੍ਹਾਂ ਵਿਆਹ ਵੇਖਾਂਗੇ। ਕੋਈ ਦੁੱਖ ਲੱਗ ਗਿਆ, ਕੋਈ ਰੋਗ ਲੱਗ ਗਿਆ, ਬੰਦਾ ਸੋਚਦਾ ਕਿੱਥੋਂ ਇਲਾਜ ਕਰਾਵਾਂ, ਤੇ ਨੀਮ ਹਕੀਮ ਕੋਲੋਂ ਬੰਦਾ ਦਵਾਈਆਂ ਖਾ ਖਾ ਕੇ ਹੋਰ ਬਿਮਾਰ ਹੋ ਜਾਂਦਾ ਹੈ, ਕਿਉਂਕਿ ਪੈਸਾ ਕੋਲ ਨਹੀਂ ਸੀ, ਵਧੀਆ ਇਲਾਜ ਕਰਾ ਨਹੀਂ ਸਕਿਆ। ਤੇ ਕੋਈ ਖੋਖਾ ਗਾ ਪਾ ਕੇ ਬੈਠਾ ਸੀ, ਉਹਦੇ ਕੋਲ ਹੀ ਚਲਾ ਗਿਆ, ਤੂੰ ਇਲਾਜ ਕਰ ਦੇ। ਸਿਆਣੇ ਕਹਿੰਦੇ ਨੀਮ ਹਕੀਮ ਖਤਰਾ ਹੀ ਜਾਨ। ਹਿੰਦੁਸਤਾਨ ਦੇ ਅੰਦਰ ਬਹੁਤੇ ਲੋਕਾਂ ਨੂੰ ਰੋਗ ਦਵਾਈਆਂ ਤੋਂ ਲੱਗ ਰਹੇ ਨੇ। ਜਿਵੇਂ ਹਾਰਟ ਦੀ ਪ੍ਰੋਬਲਮ ਹੈ, ਹੋਰ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ, ਉਹਦਾ ਕਾਰਨ ਆਪਾਂ ਜਿਹੜੇ ਆ ਨੀਮ ਹਕੀਮ ਡਾਕਟਰ ਬੈਠੇ ਨੇ, ਕਿਸੇ ਕੋਲ 2-4 ਮਹੀਨੇ ਲਾਏ, ਸਿੱਖ ਲਿਆ ਟੀਕਾ ਲਾਣਾ, ਦਵਾਈ ਦਾ ਪਤਾ ਲੱਗ ਗਿਆ ਬੁਖਾਰ ਦੀ, ਗਰਮ ਸਰਦ, ਉਹ ਚੁੱਕ ਚੁੱਕ ਕੇ ਦੇਈ ਜਾਂਦੇ ਨੇ। ਉਹਦੇ ਨਾਲ ਆਪਾਂ ਨੂੰ ਹੋਰ ਰੋਗ ਲੱਗ ਜਾਂਦਾ ਹੈ, ਕਿਉਂਕਿ ਆਪਾਂ ਕਹਿੰਦੇ ਚਲੋ ਸਸਤਾ ਡਾਕਟਰ ਵੇਖੀਏ ਜਿਹੜਾ 20-50 ਰੁਪਏ ਦੀ ਦਵਾਈ ਦੇ ਦੇਵੇ। ਉਹ 20-50 ਦੀ ਦਵਾਈ ਤੇ ਆਪਾਂ ਲੈ ਲੈਂਦੇ ਹਾਂ, ਪਰ ਉਹ ਫਿਰ ਕਈ ਹਜ਼ਾਰ ਲਵਾਉਣ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਕਹਿੰਦਾ ਹੈ ਹੁਣ ਸੱਚੇ ਗੁਰੂ ਦੇ ਕੋਲ ਆਪਾਂ ਆਉਣਾ ਹੈ ਗੁਰਮੁਖੋ। ਜਿਵੇਂ ਆਪਾਂ ਸਹੀ ਡਾਕਟਰ ਕੋਲ ਜਾਈਏ, ਉਹ ਤੇ ਇਕੱਲਾ ਵੇਖਣ ਦੀ ਵੀ ਫੀਸ ਲੈਂਦਾ ਹੈ। ਉਹ ਕਹਿੰਦਾ ਵੀ ਇੰਨੀ ਫੀਸ ਤਾਂ ਇਕੱਲੀ ਵੇਖਣ ਦੀ 200-400 ਰੁਪਈਆ, 500 ਰੁਪਈਆ ਇਕੱਲਾ ਵੇਖਣ ਦਾ, ਦਵਾਈ ਵੱਖਰੀ, ਇਲਾਜ ਵੱਖਰਾ। ਉਹਦੀ ਦਵਾਈ ਵੀ ਮਹਿੰਗੀ ਹੁੰਦੀ ਹੈ, ਖੁਰਾਕਾਂ ਉਨੀਆਂ ਹੀ ਦਿੰਦਾ ਹੈ, ਪਰ ਉਹ ਦਵਾਈ ਵੀ ਮਹਿੰਗੀ ਹੁੰਦੀ ਹੈ। ਤੇ ਆਪਾਂ ਲੱਭਦੇ ਹਾਂ ਸਸਤਾ ਡਾਕਟਰ। ਇਸੇ ਤਰ੍ਹਾਂ ਦੁਨੀਆ ਅੱਜ ਲੱਭਦੀ ਸਸਤੇ ਗੁਰੂ। ਆ ਜਿਹੜੇ ਡੇਰੇ ਬਣਾ ਕੇ ਬੈਠੇ ਨੇ, ਉਹ ਨੀਮ ਹਕੀਮ ਖਤਰਾ ਹੀ ਜਾਣ ਵਾਲੀ ਗੱਲ ਹੈ। ਉਹ ਸਾਨੂੰ ਕਹਿੰਦੇ ਕੋਈ ਗੱਲ ਨਹੀਂ, ਆ ਜਾਓ, ਤੁਹਾਨੂੰ ਨਾ ਤਾਂ ਕੇਸ ਰੱਖਣ ਦੀ ਲੋੜ ਹੈ, ਨਾ ਤੁਹਾਨੂੰ ਬੀੜੀ ਜਰਦਾ ਛੱਡਣ ਦੀ ਲੋੜ ਹੈ, ਨਾ ਅੰਮ੍ਰਿਤ ਛਕਣ ਦੀ ਲੋੜ ਹੈ, ਨਾ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੈ। ਤੁਸੀਂ ਸਾਡੇ ਕੋਲ ਆ ਜਾਓ, ਝੂਠ ਵੀ ਬੋਲੋ, ਜੋ ਮਰਜ਼ੀ ਕਰੀ ਜਾਓ, ਪਰ ਸਾਡੇ ਡੇਰੇ ਆ ਜਾਓ, ਅਸੀਂ ਪਾਰ ਲਾ ਦਾਂਗੇ। ਉਹ ਨੀਮ ਹਕੀਮ ਫਿਰ ਖਤਰਾ ਹੀ ਜਾਣ ਵਾਲੀ ਗੱਲ ਬਣ ਜਾਂਦੀ ਹੈ। ਸਹੀ ਡਾਕਟਰ ਇਲਾਜ ਸਹੀ ਕਰਦਾ, ਉਹਦੀ ਇੱਕ ਗੋਲੀ ਤੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ। ਸਾਡੇ ਸਤਿਗੁਰੂ ਜੀ ਸਾਨੂੰ ਫੀਸ ਲਾਈ ਹੈ। ਪਹਿਲੀ ਫੀਸ ਤਾਂ ਇਹ ਹੈ ਗੁਰਸਿੱਖਾ ਕਿ ਅੰਮ੍ਰਿਤ ਛਕ, ਗੁਰੂ ਵਾਲਾ ਬਣ, ਕੇਸ ਰੱਖ, ਕੇਸਾਂ ਦੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਆਪਾਂ ਇੱਥੋਂ ਹੀ ਭੱਜ ਜਾਂਦੇ ਹਾਂ, ਡਾਕਟਰ ਦੀ ਫੀਸ ਸੁਣ ਕੇ ਹੀ ਭੱਜ ਜਾਂਦੇ ਹਾਂ ਵੀ ਡਾਕਟਰ ਦੀ ਫੀਸ 500 ਵੇਖਣ ਦੀ, ਲੈ ਇੰਨੇ ਵਿੱਚ ਇੱਕ ਸਾਰੇ ਟੱਬਰ ਦੀ ਦਵਾਈ ਆ ਜਾਣੀ ਹੈ। ਆਪਾਂ ਕਿਉਂ ਫੀਸ ਦਈਏ 500 ਰੁਪਈਆ, ਸਾਰੇ ਟੱਬਰ ਦੀ ਦਵਾਈ ਆ ਜਾਣੀ ਹੈ।
ਗੁਰੂ ਦੀ ਫੀਸ ਸੁਣ ਕੇ ਹੀ ਭੱਜ ਜਾਂਦੇ ਆ। ਅੰਮ੍ਰਿਤ ਛਕਣਾ, ਕੇਸ ਰੱਖਣੇ ਪੈਣਗੇ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਇੱਥੋਂ ਹੀ ਭੱਜ ਜਾਂਦੇ ਹਾਂ। ਤਾਂ ਹੀ ਅਸੀਂ ਬਿਮਾਰ ਚੱਲੇ ਆ ਰਹੇ ਹਾਂ, ਠੀਕ ਨਹੀਂ ਹੋ ਰਹੇ। ਪਰ ਉਹ ਕਹਿੰਦੇ ਨੇ ਨਾ ਵੀ ਜਿਹੜਾ ਸੱਚੇ ਗੁਰੂ ਦੇ ਮਾਰਗ 'ਤੇ ਚੱਲ ਪਏ ਉਹਨੂੰ ਫਿਰ ਰੋਣਾ ਨਹੀਂ ਪੈਂਦਾ। ਆਪਾਂ ਵੇਖਦੇ ਹਾਂ ਜਦੋਂ ਹੁਣ ਦੇਖੋ ਕਿੰਨੇ ਮਹਿੰਗੇ ਮਹਿੰਗੇ ਆਪਰੇਸ਼ਨ ਹੁੰਦੇ ਨੇ, ਪਰ ਉਹ ਬੰਦੇ ਵਿੱਚ ਜਾਨ ਵੀ ਪਾ ਦਿੰਦੇ ਨੇ। ਐਸੀ ਗੱਲ ਵੀ ਹੈ, ਬੰਦਾ ਤੁਰ ਨਹੀਂ ਸਕਦਾ, ਐਸਾ ਆਪਰੇਸ਼ਨ ਗੋਡਿਆਂ ਦਾ ਕਰਤਾ, ਭੱਜਿਆ ਫਿਰਦਾ ਹੈ। ਪਰ ਨੀਮ ਹਕੀਮ ਕੋਲ ਫਸ ਗਏ, ਉਹ ਅੱਗੇ ਨਾਲੋਂ ਤੁਰਨ ਤੋਂ ਵੀ ਬਿਠਾ ਦਿੰਦਾ, ਮੰਜੇ 'ਤੇ ਬੈਠਾ ਰਹਿ ਹੁਣ। ਇਸ ਕਰਕੇ ਕੱਚਿਆਂ ਦਾ ਸੰਗ ਛੱਡ ਕੇ ਸੱਚੇ ਗੁਰੂ ਦੇ ਲੜ ਲੱਗੀ। ਮਹਾਰਾਜ ਕਹਿੰਦੇ ਤਾਂ ਸਹਿਸਾ ਸਗਲ ਮਿਟਾਇਆ, ਸਾਰਾ ਹੀ ਫਿਕਰ ਮੁੱਕ ਗਿਆ। ਹਰ ਕੇ ਨਾਮ ਕੀ ਵਡਿਆਈ, ਵਾਹਿਗੁਰੂ ਦੇ ਨਾਮ ਦੀ ਭਾਰੀ ਵਡਿਆਈ ਹੈ। 8 ਪੈਰ ਗੁਣ ਗਾਈ, ਗੁਰਮੁਖ 8 ਪੈਰ ਗੁਣ ਗਾਉਂਦੇ ਨੇ ਵਾਹਿਗੁਰੂ ਦੇ। ਪਤਾ ਲੱਗ ਗਿਆ ਨਾਮ ਦੀ ਮਹਿਮਾ ਦਾ। ਜਿਸ ਬੱਚੇ ਨੂੰ ਪੜ੍ਹਾਈ ਦੀ ਮਹਿਮਾ ਪਤਾ ਲੱਗ ਗਈ ਨਾ, ਉਹਨੂੰ ਕਹਿਣ ਦੀ ਲੋੜ ਨਹੀਂ ਪੜ੍ਹਾਈ ਕਰ। ਉਹ ਬੱਚੇ ਦਿਨ ਰਾਤ ਪੜ੍ਹਨ ਲੱਗ ਜਾਂਦੇ ਨੇ। ਪਤਾ ਲੱਗ ਜਾਂਦਾ ਇਹ ਪੜ੍ਹਾਈ ਕਰਕੇ, ਇਹ ਕੋਰਸ ਕਰਕੇ ਸਾਨੂੰ ਇਹ ਪਦਵੀ ਮਿਲੇਗੀ। ਇਸੇ ਤਰ੍ਹਾਂ ਜਿਹਨੂੰ ਪਤਾ ਲੱਗ ਗਿਆ ਨਾ ਨਾਮ ਦੀ ਮਹਿਮਾ, ਆਪਾਂ ਨੂੰ ਅਜੇ ਪਤਾ ਨਹੀਂ ਲੱਗਣਾ, ਮਾਫ ਕਰਨਾ, ਸਾਨੂੰ ਵੀ ਨਹੀਂ ਪਤਾ ਲੱਗਾ। ਕਿਉਂਕਿ ਜੇ ਪਤਾ ਲੱਗਾ ਹੁੰਦਾ ਫਿਰ ਤੇ ਆਪਾਂ ਲੱਗੇ ਹੁੰਦੇ 8 ਪੈਰ ਇਸ ਪਾਸੇ। ਅਜੇ ਆਪਾਂ ਨੂੰ ਵੀ ਨਹੀਂ ਪਤਾ ਲੱਗਾ ਨਾਮ ਦੀ। ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਤਾਂ 8 ਪੈਰ ਬਾਣੀ ਵਾਲੇ ਪਾਸੇ ਹੋ ਜਾਂਦੇ ਨੇ। ਆਪਾਂ ਨਿੰਦਿਆ ਚੁਗਲੀ ਵੀ ਕਰ ਲੈਂਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਕਾਰੋਬਾਰ ਵੀ ਕਰ ਲੈਂਦੇ ਹਾਂ, ਕਈ ਪੰਗੇ ਕਰ ਲੈਂਦੇ ਹਾਂ, ਹੋਰ ਪੁੱਠੇ ਸਿੱਧੇ। ਕਾਰੋਬਾਰ ਤੋਂ ਭਾਵੇਂ ਨਹੀਂ ਦੁਨਿਆਵੀ ਕਾਰੋਬਾਰ ਛੱਡ ਨਹੀਂ ਦੇਣਾ, ਹੋਰ ਜਾਣੀ ਕਿ ਜਿਹੜਾ ਸਾਡਾ ਮਨ ਕਰੀ ਜਾਂਦਾ ਹੈ, ਵਿਸ਼ੇ ਵਿਕਾਰਾਂ ਵਾਲੇ ਪਾਸੇ ਦੌੜੀ ਜਾਣਾ। ਮਹਾਰਾਜ ਕਹਿੰਦੇ ਜਿਹਨੂੰ ਨਾਮ ਦੀ ਵਡਿਆਈ ਪਤਾ ਲੱਗ ਗਈ, ਉਹ 8 ਪੈਰ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਪਰ ਇਹ ਮਿਲਦੀ ਕਿੱਥੋਂ ਹੈ? ਗੁਰ ਪੂਰੇ ਤੇ ਪਾਈ, ਪੂਰੇ ਗੁਰੂ ਕੋਲੋਂ ਮਿਲਦੀ ਹੈ। ਇਹ ਲਾਜ਼ਮੀ ਹੈ, ਪੂਰੇ ਗੁਰੂ ਦੇ ਕੋਲੋਂ। ਉਹ ਦਵਾਈ ਜਿਹੜੀ ਤੁਹਾਡੇ ਸਾਰੇ ਜਨਮਾਂ ਜਨਮਾਂ ਦੇ ਦੁੱਖ ਕੱਟ ਦੇਵੇ, ਪੂਰੇ ਗੁਰੂ ਕੋਲੋਂ ਮਿਲਦੀ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਪ੍ਰਭ ਕੀ ਅਕਾਥ ਕਹਾਣੀ। ਵਾਹਿਗੁਰੂ ਦੀ ਜਿਹੜੀ ਮਹਿਮਾ ਹੈ ਉਹ ਕਥਨ ਤੋਂ ਬਾਹਰ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜਨ ਬੋਲੇ ਅੰਮ੍ਰਿਤ ਬਾਣੀ, ਜਿਹੜੇ ਜਨ ਸੇਵਕ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਬੋਲਦੇ ਨੇ। ਨਾਨਕ ਦਾਸ ਵਖਾਣੀ, ਵਾਹਿਗੁਰੂ ਦੇ ਦਾਸਾਂ ਨੇ ਵਾਹਿਗੁਰੂ ਦੀ ਮਹਿਮਾ ਨੂੰ ਵਖਾਣਿਆ, ਭਾਵ ਆਪਣੀ ਰਸਨਾ ਤੋਂ ਉਚਾਰਨ ਕੀਤਾ। ਗੁਰ ਪੂਰੇ ਤੇ ਜਾਣੀ, ਇਹ ਨਾਮ ਦੀ ਮਹਿਮਾ ਉਹਨਾਂ ਨੇ ਪੂਰੇ ਗੁਰੂ ਕੋਲੋਂ ਜਾਣੀ ਹੈ ਵੀ ਇਸ ਨਾਮ ਦੀ ਮਹਿਮਾ ਕੀ ਹੈ, ਇਹਦਾ ਮਹਾਤਮ ਕੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਭ ਕਿਹੜੀ ਚੀਜ਼ਾਂ ਨੇ? ਕੋਈ ਦੁਨੀਆ ਦੀਆਂ ਬਿਲਡਿੰਗਾਂ ਨਹੀਂ ਜਿਹਨਾਂ ਨੂੰ ਉੱਚਾ ਕਿਹਾ ਹੈ। ਦੁਨੀਆ ਵਿੱਚ ਜਿੰਨੇ ਵੀ ਧਰਮ ਦੇ ਕਰਮ ਨੇ, ਉਹ ਸਾਰੇ ਕਰਮਾਂ ਨਾਲੋਂ, ਜਿੰਨੇ ਦਾਨ ਪੁੰਨ ਸ਼ੁਭ ਕਰਮ, ਉਹਨਾਂ ਸਭ ਕਰਮਾਂ ਨਾਲੋਂ ਉੱਤਮ ਹੈ ਵਾਹਿਗੁਰੂ ਦਾ ਨਾਮ ਜਪਣਾ, ਸਿਮਰਨ ਕਰਨਾ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ। ਹਾਥੀ ਦਾ ਪੈਰ ਸਾਰਿਆਂ ਦੇ ਪੈਰ ਨਾਲੋਂ ਵੱਡਾ ਹੈ, ਸਾਰੇ ਸ਼ੁਭ ਕਰਮਾਂ ਨਾਲੋਂ ਵੱਡਾ ਹੈ ਵਾਹਿਗੁਰੂ ਦਾ ਨਾਮ। ਤੀਰਥ ਜਾਣਾ, ਵਰਤ ਰੱਖਣੇ, ਕਈ ਤਰ੍ਹਾਂ ਦੀ ਪੂਜਾ ਹੈ, ਕਈ ਤਰ੍ਹਾਂ ਦੇ ਨੇਮ ਨੇ, ਉਹਨਾਂ ਸਭ ਨਾਲੋਂ ਵੱਡਾ ਹੈ ਵਾਹਿਗੁਰੂ ਦਾ ਨਾਮ। ਪਾਤਸ਼ਾਹ ਵੀ ਕਹਿੰਦੇ ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਵਾਹਿਗੁਰੂ ਤੋਂ ਵੱਡਾ ਹੋਰ ਕੋਈ ਕਰਮ ਨਹੀਂ ਹੈ। ਇਸ ਕਰਕੇ ਨਾਮ ਜਪਿਆ ਕਰੋ। ਸੋਠ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਅਗਲੇਰਾ ਸ਼ਬਦ ਫਰਮਾਨ ਕਰਦੇ ਨੇ, ਆਗੇ ਸੁਖ ਗੁਰ ਦੀਆ। ਅੱਗੇ ਪਰਲੋਕ ਦਾ ਸੁੱਖ ਵੀ ਬਖਸ਼ਿਸ਼ ਕਰਤਾ। ਗੁਰਮੁਖ ਨੂੰ ਜੀਵਦੇ ਜੀ ਪਤਾ ਲੱਗ ਜਾਂਦਾ ਮੈਨੂੰ ਅੱਗੇ ਵੀ ਸੁੱਖ ਹੈ। ਜਿਹਨੇ ਨਾਮ ਜਪ ਲਿਆ ਨਾ, ਉਹਨੂੰ ਪਤਾ ਲੱਗ ਜਾਂਦਾ ਮੇਰਾ ਅੱਗਾ ਵੀ ਸਵਰ ਗਿਆ ਹੈ। ਮਹਾਰਾਜ ਕਹਿੰਦੇ ਪਾਤਸ਼ਾਹ ਕੁਸਲ ਖੇਮ ਗੁਰ ਕੀਆ। ਇਹ ਜਿਹੜਾ ਪਿਛਲਾ ਲੋਕ, ਇਹ ਲੋਕ ਹੈ,
ਇੱਥੇ ਵੀ ਗੁਰੂ ਉਹਦੇ ਜੀਵਨ ਵਿੱਚ ਆਨੰਦ ਭਰ ਦਿੰਦਾ ਹੈ। ਇੱਥੇ ਵੀ ਉਹ ਆਨੰਦ ਨਾਲ ਔਰ ਉਹਨੂੰ ਅੱਗੇ ਦੀ ਵੀ ਸੋਝੀ ਹੋ ਜਾਂਦੀ, ਮੇਰਾ ਅੱਗਾ ਵੀ ਸੰਵਰ ਗਿਆ ਹੈ। ਸਰਬ ਨਿਧਾਨ ਸੁਖ ਪਾਇਆ, ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਪਾ ਲਿਆ। ਗੁਰ ਆਪਣਾ ਹਿਰਦੈ ਧਿਆਇਆ, ਜਦੋਂ ਆਪਣੇ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਵਾ, ਗੁਰੂ ਦੀ ਬਾਣੀ ਨੂੰ ਜਦੋਂ ਜਪਿਆ, ਗੁਰੂ ਦੇ ਮੰਤਰ ਨੂੰ ਜਦੋਂ ਜਪਿਆ, ਆਪਣੇ ਸਤਿਗੁਰੂ ਕੀ ਵਡਿਆਈ, ਮਨ ਇੱਛੇ ਫਲ ਪਾਈ। ਸਾਡੇ ਸਤਿਗੁਰੂ ਦੀ ਐਸੀ ਵਡਿਆਈ ਜਿਨ੍ਹਾਂ ਨੇ ਸਾਨੂੰ ਨਾਮ ਦੇਤਾ, ਬਾਣੀ ਦੇਤੀ, ਜਿਸ ਨਾਲ ਜੁੜ ਕੇ ਮਨ ਇੱਛਤ ਫਲ ਜੀਵ ਨੂੰ ਪ੍ਰਾਪਤ ਹੁੰਦੇ ਨੇ। ਸੰਤੋ ਦਿਨ ਦਿਨ ਚੜ੍ਹੈ ਸਵਾਈ, ਜਿਵੇਂ ਜਿਵੇਂ ਕੋਈ ਨਾਮ ਜਪਦਾ ਹੈ, ਇਹ ਨਾਮ ਦੀ ਵਡਿਆਈ ਉਹਦੇ ਅੰਦਰ ਦੂਣ ਸਵਾਈ ਹੋ ਕੇ ਵਾਧਾ ਕਰਦੀ ਰਹਾਓ। ਵਿਸ਼ਰਾਮ ਦੇ ਕੇ ਕਹਿੰਦੇ, ਜੀ ਜੰਤ ਸਭ ਭੇ ਦਿਆਲਾ, ਪ੍ਰਭ ਆਪਣੇ ਕਰ ਦੀਨੇ। ਸਾਰੇ ਜੀਵ ਜੰਤੂ ਉਸ ਗੁਰਮੁਖ ਦੇ ਪ੍ਰਤੀ ਦਇਆ ਦਾ ਵਤੀਰਾ ਰੱਖਦੇ ਨੇ, ਜਿਹੜੇ ਨਾਮ ਜਪਦੇ ਨੇ, ਗੁਰਮੁਖ ਬੰਦਗੀ ਕਰਦੇ ਨੇ। ਵਾਹਿਗੁਰੂ ਪਰਮਾਤਮਾ ਜਿਸ ਨੇ ਸਾਰੇ ਜੀਵ ਪੈਦਾ ਕੀਤੇ ਨੇ, ਉਹ ਸਾਰੀ ਸ੍ਰਿਸ਼ਟੀ ਨੂੰ ਗੁਰਮੁਖ ਦੇ ਚਰਨਾਂ 'ਤੇ ਝੁਕਾ ਦਿੰਦਾ ਹੈ। ਸਾਰੀ ਸ੍ਰਿਸ਼ਟੀ ਬੰਦਗੀ ਕਰਨ ਵਾਲੇ ਨੂੰ ਨਮਸਕਾਰ ਕਰਦੀ। ਸਹਿ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸਹਿਜ ਸੁਭਾਈ ਰੱਬ ਮਿਲ ਜਾਂਦਾ ਹੈ। ਗੁਰਮੁਖ ਸਹਿਜ ਸੁਭਾਅ ਕੀ ਹੈ? ਸਹਿਜ ਸੁਭਾਅ ਜਿਹੜਾ ਕੰਮ ਸਹਿਜ ਵਿੱਚ ਹੋਵੇ। ਜਿਵੇਂ ਬੱਚਾ ਕੋਈ ਪੜ੍ਹਦਾ ਹੈ, ਇੱਕ ਦਿਨ ਵਿੱਚ ਕੋਈ DSP ਨਹੀਂ ਬਣ ਜਾਂਦਾ, ਜੱਜ ਨਹੀਂ ਬਣ ਜਾਂਦਾ, ਉਹ ਰੋਜ਼ ਸਹਿਜ ਸੁਭਾਅ ਵਿੱਚ ਪੜ੍ਹ ਰਿਹਾ ਹੈ। ਇੱਕ ਦਿਨ ਉਹ ਪੜ੍ਹੀ ਜਾਵੇ ਤਾਂ ਇੱਕ ਦਿਨ ਉਹਨੂੰ ਕੋਈ ਮੰਜ਼ਿਲ ਮਿਲ ਜਾਂਦੀ ਹੈ। ਇਸੇ ਤਰ੍ਹਾਂ ਰੋਜ਼ ਬਾਣੀ ਪੜ੍ਹੀ ਚਲੋ। ਜੋ ਰੋਜ਼ ਬਾਣੀ ਪੜ੍ਹੀ ਜਾਵੇਗਾ, ਜਪੀ ਜਾਵੇਗਾ ਨਾਮ, ਇੱਕ ਦਿਨ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਉਹ ਵਾਹਿਗੁਰੂ ਆਪ ਮਿਲ ਪੈਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਗੁਰਮੁਖ ਸੱਚ ਵਿੱਚ ਭਤੀਜੇ ਨੇ, ਸੱਚ ਵਿੱਚ ਉਹਨਾਂ ਦਾ ਮਨ ਜੁੜਿਆ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।